ਬੇਹੱਦ ਦੇ ਰੂਹਾਨੀ ਗਿਆਨ ਦਾ ਭੇਦ ਭਾਗ 2 ਸਪਿਰਿਚੁਅਲ ਨੌਲੇਜ ਦ ਸੀਕ੍ਰੀਟ ਪਾਰਟ 2 ਬੇਹੱਦ ਦੀ ਪਰਮ ਸ਼ਾਂਤੀ। ਬੇਹੱਦ ਦੇ ਰੂਹਾਨੀ ਗਿਆਨ ਦਾ ਭੇਦ ਭਾਗ 2 ਜਾਂ ਸਪਿਰਿਚੁਅਲ ਨੌਲੇਜ ਦ ਸੀਕ੍ਰੀਟ ਪਾਰਟ 2 ਤੇ ਆਪ ਜੀ ਸਾਰੇ ਸਰੋਤਿਆਂ ਦਾ ਸਵਾਗਤ ਹੈ। ਭਾਗ 1 ਦੀ ਵੀਡੀਓ ਦੇ ਅੱਗੇ ਦੀ ਗਿਆਨ ਦੀ ਚਰਚਾ ਤੇ ਬਾਪੂ ਜੀ ਦੱਸ ਰਹੇ ਹਨ ਕਿ ਬ੍ਰਹਮਾ ਨੇ 7 ਰਿਸ਼ੀਆਂ ਯਾਨੀ ਸਪਤ ਰਿਸ਼ੀਆਂ ਦੇ ਰਾਹੀਂ 7 ਜਾਂ 7 ਲੋਕਾਂ ਦੀ ਰਚਨਾ ਕੀਤੀ। ਫਿਰ 14 ਜਾਂ 14 ਲੋਕਾਂ ਦੀ ਰਚਨਾ ਜਾਂ ਸਿਰਜਣਾ ਕੀਤੀ। ਇਹਨਾਂ 14 ਜਾਂ 14 ਲੋਕਾਂ ਵਿੱਚੋਂ ਇਸ ਇੱਕ ਭੂਲੋਕ ਜਾਂ ਧਰਤੀ ਲੋਕ ਦੀ ਸਿਰਜਣਾ ਕੀਤੀ। ਫਿਰ ਮਨੁੱਖ ਜਾਤ ਦੀ ਰਚਨਾ ਹੋਈ। ਮਨੁੱਖ ਇਹ ਫਿਰ ਕਰਮਾਂ ਦੇ ਬੰਨਣਾ ਜਾਂ ਹਿਸਾਬ ਕਿਤਾਬ ਤੇ ਆਉਂਦੇ ਗਏ। ਫਿਰ ਅੱਗੇ ਜੋ ਕੁਝ ਵੀ ਹੁੰਦਾ ਰਿਹਾ ਉਹ ਆਪ ਜੀ ਸ਼ਾਸਤਰਾਂ ਤੇ ਪੜ੍ਹ ਸਕਦੇ ਹੋ। ਤੇ ਧਰਤੀ ਲੋਕ ਤੇ ਜਦੋਂ ਵੀ ਧਰਮ ਦੀ ਹਾਨੀ ਹੁੰਦੀ ਹੈ ਯਾਨੀ ਯਦਾ ਯਦਾ ਹੀ ਧਰਮਸਯ ਗਲਾਨਿਰਭਵਤੀ ਭਾਰਤः, ਉਦੋਂ ਧਰਤੀ ਤੇ ਵਿਸ਼ਨੂੰ ਦੇ ਅਵਤਾਰ ਹੁੰਦੇ ਰਹਿੰਦੇ ਹਨ, ਕਿਉਂਕਿ ਵਿਸ਼ਨੂੰ ਦੀ ਜ਼ਿੰਮੇਵਾਰੀ ਹੈ ਧਰਤੀ ਤੇ ਧਰਮ ਯਾਨੀ ਚੰਗੇ ਸੰਸਕਾਰਾਂ, ਚੰਗੇ ਵਿਚਾਰਾਂ ਨੂੰ, ਪੁੰਨ ਨੂੰ, ਪਵਿੱਤਰਤਾ ਨੂੰ ਬਚਾਏ ਰੱਖਣਾ। ਤੇ ਰਾਮ ਕ੍ਰਿਸ਼ਨ ਵਰਗੇ ਹੋਰ ਵੀ ਵਿਸ਼ਨੂੰ ਦੇ 24 ਜਾਂ 24 ਅਵਤਾਰ ਹੋਏ ਹਨ। ਹਾਲੇ ਵੀ ਇਹ ਦੁਨੀਆ ਵਾਲੇ ਜਾਂ ਸਾਧੂ ਸੰਤ ਸੋਚ ਰਹੇ ਹਨ ਕਿ ਕਲਕੀ ਅਵਤਾਰ ਹੋਣ ਵਾਲਾ ਹੈ, ਪਰ ਹੁਣ ਕਿਹੜਾ ਸਮਾਂ ਚੱਲ ਰਿਹਾ ਹੈ? ਸਮੇਂ ਨੂੰ ਪਛਾਣੋ। ਇਸ ਬ੍ਰਹਮੰਡ ਦੇ ਬ੍ਰਹਮਾ ਵਿਸ਼ਨੂੰ ਸ਼ੰਕਰ ਕਿੱਥੇ ਹਨ ਅਤੇ ਕੀ ਕਰ ਰਹੇ ਹਨ? ਇਸ ਬ੍ਰਹਮੰਡ ਦਾ ਮਾਲਿਕ ਜਾਂ ਸਿਰਜਣਹਾਰ ਕਿੱਥੇ ਹੈ? ਕਿਉਂਕਿ ਬ੍ਰਹਮਾ ਵਿਸ਼ਨੂੰ ਸ਼ੰਕਰ ਤੇ ਸਾਰਿਆਂ ਨੇ ਸਿਰਜਣਾਵਾਂ ਹਨ। ਸ਼ਿਵ ਜੋ ਕਿ ਇਸ ਬ੍ਰਹਮੰਡ ਦਾ ਮਾਲਿਕ ਹੈ ਉਹ ਵੀ ਜੀਵ ਜਾਂ ਸਾਧਾਰਨ ਆਤਮਾ ਬਣ ਜਾਂਦਾ ਹੈ। ਤੇ ਸ਼ਿਵ ਜੀਵ ਕਦੋਂ ਬਣਦਾ ਹੈ? ਇਸ ਦੁਨੀਆ ਦੇ ਅੰਦਰ ਇੰਨੀਆਂ ਦੁੱਖ ਤਕਲੀਫ ਵਾਲੀਆਂ ਗੱਲਾਂ ਹੋ ਰਹੀਆਂ ਹਨ, ਸਾਡੇ ਬ੍ਰਹਮੰਡ ਜਾਂ ਧਰਤੀ ਲੋਕ ਤੇ ਹੀ ਨਹੀਂ, ਪੂਰੇ ਯੂਨੀਵਰਸ ਤੇ ਹੀ ਹੋ ਰਹੀਆਂ ਹਨ। ਇਹ ਦੁੱਖ ਦਰਦ ਸਿਰਫ ਮਨੁੱਖ ਆਤਮਾਵਾਂ ਨੂੰ ਹੀ ਨਹੀਂ, 3 ਤੱਤਾਂ ਯਾਨੀ 3 ਐਲੀਮੈਂਟਸ ਵਾਲੀਆਂ ਆਤਮਾਵਾਂ ਵੀ ਬਹੁਤ ਦੁੱਖ ਦਰਦ ਤੇ ਹਨ। ਜੇਕਰ ਆਪ ਜੀ ਆਪਣੀ ਦੇਵ ਦ੍ਰਿਸ਼ਟੀ ਨਾਲ ਵੇਖ ਸਕੋ ਤੇ ਆਪ ਜੀ ਜਾਣੋਗੇ ਕਿ 3 ਤੱਤਾਂ ਵਾਲੀਆਂ ਆਤਮਾਵਾਂ ਪੂਰੇ ਯੂਨੀਵਰਸ ਦੇ ਅੰਦਰ, ਪੂਰੇ ਬ੍ਰਹਮੰਡ ਦੇ ਅੰਦਰ ਕਿੰਨੀਆਂ ਹਨ। ਤੇ ਬ੍ਰਹਮੰਡ ਦੇ ਅੰਦਰ ਜਦੋਂ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, 4 ਯੁੱਗ ਜਾਂ 4 ਯੁੱਗ ਪੂਰੇ ਹੁੰਦੇ ਹਨ, ਉਦੋਂ ਅਰਧ ਪਰਲੇ ਹੁੰਦਾ ਹੈ। ਫਿਰ ਇਸ ਤਰ੍ਹਾਂ ਦੀ ਜਦੋਂ 71 ਜਾਂ 71 ਟਾਈਮਸ ਅਰਧ ਪਰਲੇ ਹੁੰਦਾ ਹੈ, ਉਦੋਂ ਮਨੁ ਸ਼ਤਰੂਪਾ ਜਾਂ ਐਡਮ ਈਵ ਦਾ ਟਾਈਮ ਪੂਰਾ ਹੁੰਦਾ ਹੈ। ਉਸ ਨੂੰ ਮਨਵੰਤਰ ਕਹਿੰਦੇ ਹਨ। ਉਦੋਂ ਪਰਲੇ ਹੁੰਦੀ ਹੈ। ਇਸ ਤਰ੍ਹਾਂ ਜਦੋਂ 14 ਜਾਂ 14 ਵਾਰ ਮਨਵੰਤਰ ਹੁੰਦੇ ਹਨ, ਉਦੋਂ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ। ਤੇ ਬ੍ਰਹਮਾ ਦੇ ਇੱਕ ਦਿਨ ਤੇ ਧਰਤੀ ਤੇ 4 ਅਰਬ 32 ਕਰੋੜ ਸਾਲ ਯਾਨੀ 4 ਬਿਲੀਅਨ 32 ਕਰੋੜ ਈਅਰਸ ਹੁੰਦੇ ਹਨ। ਮਤਲਬ ਧਰਤੀ ਤੇ 1000 ਜਾਂ 1000 ਚਤੁਰਯੁਗ ਯਾਨੀ 1000 ਵਾਰ 4 ਯੁੱਗ ਬੀਤ ਜਾਂਦੇ ਹਨ। ਬ੍ਰਹਮਾ ਦੇ ਇੱਕ ਦਿਨ ਦਾ ਸਮਾਂ 4 ਅਰਬ 32 ਕਰੋੜ ਸਾਲ ਜਾਂ 4 ਬਿਲੀਅਨ 32 ਕਰੋੜ ਈਅਰਸ ਅਤੇ ਐਨੀ ਹੀ ਰਾਤ, ਮਤਲਬ ਦਿਨ ਰਾਤ ਮਿਲਾ ਕੇ ਟੋਟਲ ਸਮਾਂ 8 ਅਰਬ 64 ਕਰੋੜ ਸਾਲ ਯਾਨੀ 8 ਬਿਲੀਅਨ 64 ਕਰੋੜ ਈਅਰਸ ਹੁੰਦੇ ਹਨ। ਜਦੋਂ ਧਰਤੀ ਤੇ 1000 ਜਾਂ 1000 ਵਾਰ ਚਤੁਰਯੁਗ ਜਾਂ 4 ਯੁੱਗ ਬੀਤ ਜਾਂਦੇ ਹਨ, ਉਦੋਂ 14 ਮਨਵੰਤਰ ਜਾਂ 14 ਮਨਵੰਤਰ ਹੁੰਦੇ ਹਨ। ਤੇ 14 ਮਨਵੰਤਰਾਂ ਤੋਂ ਬਾਅਦ ਮਨੁ ਸ਼ਸਤਰੂਪਾ ਜਾਂ ਐਡਮ ਈਵ ਦਾ ਟਾਈਮ ਪੂਰਾ ਹੋ ਜਾਂਦਾ ਹੈ। ਉਦੋਂ ਬ੍ਰਹਮਾ ਦਾ ਇੱਕ ਦਿਨ ਪੂਰਾ ਹੁੰਦਾ ਹੈ ਯਾਨੀ ਇੱਕ ਕਲਪ ਪੂਰਾ ਹੋ ਜਾਂਦਾ ਹੈ। ਤੇ ਇੱਕ ਕਲਪ ਪੂਰਾ ਹੋਣ ਤੇ ਕਲਪ ਪਰਲੇ ਹੁੰਦੀ ਹੈ, ਜਿਸ ਤੇ ਭੂਲੋਕ, ਭੂਵਰਲੋਕ ਅਤੇ ਸਵਰਗ ਲੋਕ, ਇਹਨਾਂ ਤਿੰਨਾਂ ਲੋਕਾਂ ਦੀ ਸਮਾਪਤੀ ਹੋ ਜਾਂਦੀ ਹੈ। ਸਵਰਗ ਲੋਕ ਤੇ ਦੇਵਤਾ ਰਹਿੰਦੇ ਹਨ। ਦੇਵਤਾ ਕਿਹੜੇ ਹਨ ਅਤੇ ਕੀ ਕਰਦੇ ਹਨ? ਇਸ ਬ੍ਰਹਮੰਡ ਦੇ ਜੋ ਦੇਵਤਾ ਹਨ, ਅਸਲੀਅਤ ਤੇ ਕੀ ਉਹਨਾਂ ਨੂੰ ਅਸਲੀ ਦੇਵਤਾ ਕਹਿ ਸਕਦੇ ਹਾਂ? ਇਸ ਬ੍ਰਹਮੰਡ ਦੇ ਸਵਰਗ ਲੋਕ ਦਾ ਮਾਲਿਕ
ਜੋ ਇੰਦਰ ਹੈ ਉਸ ਨੂੰ ਵੀ 24 ਘੰਟੇ ਯਾਨੀ 24 ਆਵਰਸ ਇਹੀ ਟੈਨਸ਼ਨ ਰਹਿੰਦਾ ਹੈ ਕਿ ਕਿਤੇ ਕੋਈ ਰਾਖਸ਼ਸ ਜਾਂ ਦੈਤ ਨਾ ਆ ਜਾਵੇ ਤੇ ਉਸ ਨੂੰ ਚੁੱਕ ਕੇ ਸੁੱਟ ਕੇ ਇੰਦਰ ਲੋਕ ਨਾ ਲੈ ਲਵੇ, ਕਿਉਂਕਿ ਰਾਖਸ਼ਸ ਇਸ ਤਰ੍ਹਾਂ ਕਰਦੇ ਸਨ। ਤੇ ਕੀ ਇਸ ਨੂੰ ਅਸਲੀ ਸਵਰਗ ਕਵਾਂਗੇ? ਸਵਰਗ ਉਸ ਨੂੰ ਕਹਿੰਦੇ ਹਨ ਜਿੱਥੇ ਪਰਮਾਨੰਦ ਸਵਰੂਪਮ, ਜਿੱਥੇ ਹਮੇਸ਼ਾ ਪਰਮ ਆਨੰਦ ਹੋਵੇ, ਕੋਈ ਸੋਚ ਨਾ ਹੋਵੇ, ਕੋਈ ਸੰਕਲਪ ਜਾਂ ਵਿਚਾਰਾਂ ਤੋਂ ਰਹਿਤ ਦੀ ਅਵਸਥਾ ਹੋਵੇ। ਤੇ ਕੀ ਅਸਲੀ ਸਵਰਗ ਐਸਾ ਹੁੰਦਾ ਹੈ? ਸਾਡਾ ਲਕਸ਼ ਜਾਂ ਟਾਰਗੇਟ ਹੈ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਨਾ। ਦੇਵਤਾ ਕੌਣ ਹੁੰਦੇ ਹਨ? ਦੇਵਤਾ ਭੋਗੀ ਹੁੰਦੇ ਹਨ, ਤਿਆਗ ਤਪੱਸਿਆ ਨਹੀਂ ਕਰਦੇ ਹਨ। ਅਸੁਰ ਜਾਂ ਰਾਖਸ਼ਸ ਤਪੱਸਿਆ ਕਰਦੇ ਹਨ, ਇਸ ਲਈ ਰਾਖਸ਼ਸਾਂ ਜਾਂ ਦੈਤਾਂ ਤੇ ਪਾਵਰ ਜ਼ਿਆਦਾ ਹੁੰਦੀ ਹੈ, ਇਸ ਲਈ ਉਹ ਸਵਰਗ ਲੋਕ ਲੈ ਲੈਂਦੇ ਹਨ ਤੇ ਇੰਦਰ ਨੂੰ ਵੀ ਭਜਣਾ ਪੈਂਦਾ ਹੈ। ਤੇ ਕੀ ਉਹ ਅਸਲੀ ਸਵਰਗ ਹੈ? ਐਸੇ ਸਵਰਗ ਲੋਕ ਤੇ ਰਹਿਣ ਵਾਲੇ ਦੇਵਤਿਆਂ ਨੂੰ ਵੀ ਪਤਾ ਹੁੰਦਾ ਹੈ ਕਿ ਜਦੋਂ ਉਹਨਾਂ ਦੀ ਪਾਵਰ ਖਤਮ ਹੋ ਜਾਏਗੀ, ਯਾਨੀ ਜਦੋਂ ਆਤਮਾ ਦੀ ਸ਼ਕਤੀ ਖਤਮ ਹੋ ਗਈ, ਉਦੋਂ ਉਹ ਫਿਰ ਦੁਬਾਰਾ ਤੋਂ ਮਨੁੱਖ ਬਣ ਜਾਏਗਾ। ਫਿਰ ਸਵਰਗ ਲੋਕ ਤੋਂ ਉਹ ਨੀਚੇ ਭੂਲੋਕ ਯਾਨੀ ਧਰਤੀ ਤੇ ਆ ਜਾਏਗਾ। ਤੇ ਕੀ ਉਹ ਅਸਲੀ ਸਵਰਗ ਲੋਕ ਹੈ ਜਾਂ ਕੀ ਉਹ ਅਸਲੀ ਦੇਵਤਾ ਹਨ? ਇਸ ਬ੍ਰਹਮੰਡ ਦੇ ਸਵਰਗ ਲੋਕ ਦੇ ਦੇਵਤਿਆਂ ਦੀ ਉਮਰ ਸਿਰਫ ਬ੍ਰਹਮਾ ਦਾ ਇੱਕ ਦਿਨ ਹੈ। ਬ੍ਰਹਮਾ ਦੀ ਉਮਰ 100 ਸਾਲ ਜਾਂ 100 ਈਅਰਸ ਹੈ ਤੇ ਉਸ ਦੇ ਹਰ ਇੱਕ ਦਿਨ ਦੇ ਅੰਤ ਤੇ ਕਲਪ ਪਰਲੇ ਹੁੰਦਾ ਹੈ। ਬ੍ਰਹਮਾ ਦੇ ਹਰ ਇੱਕ ਦਿਨ ਨੂੰ ਕਲਪ ਪਰਲੇ ਕਹਿੰਦੇ ਹਨ। ਕਲਪ ਪਰਲੇ ਤੇ ਧਰਤੀ ਦੇ ਉੱਪਰ ਦੇ 3 ਲੋਕ ਅਤੇ ਨੀਚੇ ਦੇ 7 ਜਾਂ 7 ਪਤਾਲ ਲੋਕ ਖਤਮ ਹੋ ਜਾਂਦੇ ਹਨ ਤੇ ਜੋ ਆਤਮਾਵਾਂ ਉੱਪਰ ਮਹਲੋਕ, ਜਨ ਲੋਕ ਜਾਂ ਇਸ ਤੋਂ ਵੀ ਉੱਪਰ ਚਲੇ ਜਾਂਦੀਆਂ ਹਨ ਉਹ ਬਚ ਜਾਂਦੀਆਂ ਹਨ। ਫਿਰ ਬਾਅਦ ਤੇ ਦੁਬਾਰਾ ਭੂਲੋਕ ਜਾਂ ਧਰਤੀ ਲੋਕ ਬਣਦੀ ਰਹਿੰਦੀ ਹੈ। ਫਿਰ ਬ੍ਰਹਮਾ ਦਾ ਜਦੋਂ 100 ਸਾਲ ਜਾਂ 100 ਈਅਰਸ ਪੂਰੇ ਹੁੰਦੇ ਹਨ, ਉਦੋਂ ਇਹ ਪੂਰਾ ਬ੍ਰਹਮੰਡ ਜੋ ਸ਼ਿਵ ਪਰਮ ਆਤਮਾ ਨੇ ਬਣਾਇਆ ਸੀ, ਪਰਮ ਪਿਤਾ ਜਾਂ ਸੁਪਰੀਮ ਫਾਦਰ ਨੇ ਨਹੀਂ, ਪਰਮ ਆਤਮਾ ਨੇ ਬਣਾਇਆ ਸੀ, ਸ਼ਿਵ ਆਤਮਾ ਨੇ। ਸ਼ਿਵ ਇੱਕ ਤੱਤ ਹੈ, ਸ਼ਿਵਾਤਮਾ, ਸ਼ਿਵ ਇੱਕ ਆਤਮਾ ਹੈ ਤੇ ਉਸ ਨੇ ਆਪਣੀ ਸ਼ਕਤੀਆਂ ਤੋਂ ਇਸ ਬ੍ਰਹਮੰਡ ਦੀ ਸਿਰਜਣਾ ਕੀਤੀ। ਇਸ ਬ੍ਰਹਮੰਡ ਦੀ ਕਿੰਨੀ ਉਮਰ ਹੈ? ਬ੍ਰਹਮਾ ਦੇ 100 ਜਾਂ 100 ਈਅਰਸ ਹੈ ਤੇ ਬ੍ਰਹਮਾ ਦੇ 100 ਸਾਲ ਪੂਰੇ ਹੋਣ ਤੇ ਸ਼ਿਵ ਕਾਲ ਤੱਤ ਜਾਂ ਕਾਲ ਅਗਨ ਪੈਦਾ ਕਰਦਾ ਹੈ ਅਤੇ 14 ਲੋਕਾਂ ਯਾਨੀ 14 ਲੋਕਾਂ ਨੂੰ ਸਾੜ ਕੇ ਭਸਮ ਕਰਕੇ ਅਗਨ ਤੱਤ ਤੇ ਬਦਲ ਦਿੰਦਾ ਹੈ। ਅਗਨ ਤੱਤ ਤੇ ਉਹ ਫਿਰ ਵਾਯੂ ਯਾਨੀ ਹਵਾ ਤੇ, ਹਵਾ ਤੋਂ ਆਕਾਸ਼ ਤੱਤ ਤੇ, ਆਕਾਸ਼ ਤੱਤ ਤੋਂ ਹੰਕਾਰ ਤੱਤ ਤੇ ਅਤੇ ਫਿਰ ਮਹ ਤੱਤ ਤੇ। ਸ਼ਾਸਤਰਾਂ 'ਚ ਵੀ ਲਿਖਿਆ ਹੈ, ਆਪ ਜੀ ਪੜ੍ਹ ਸਕਦੇ ਹੋ। ਅੰਤ ਤੇ ਸ਼ਿਵ ਨਿਰਾਕਾਰ ਜੋ ਕਿ ਪਹਿਲਾਂ ਇੱਕ ਆਤਮਾ ਸੀ ਤੇ ਸਭ ਕੁਝ ਸਮਾ ਜਾਂਦਾ ਹੈ, ਉਸ ਦੀ ਆਤਮਾ ਦੇ ਅੰਦਰ ਵਾਪਸ ਪੂਰਾ ਬ੍ਰਹਮੰਡ ਚਲਾ ਜਾਂਦਾ ਹੈ ਤੇ ਉਸ ਬ੍ਰਹਮੰਡ ਦੀ ਜੋ ਵੀ ਨੈਗੇਟਿਵਿਟੀ ਸੀ ਉਹ ਵੀ ਉਸ ਦੇ ਅੰਦਰ ਵਾਪਸ ਚਲੀ ਜਾਂਦੀ ਹੈ। ਸ਼ਿਵ ਸਾਰਾ ਬ੍ਰਹਮੰਡ ਆਪਣੇ ਅੰਦਰ ਵਾਪਸ ਕਿਉਂ ਵਾਈਂਡ ਅਪ ਜਾਂ ਸਮਾ ਲੈਂਦਾ ਹੈ? ਕਿਉਂਕਿ ਜਦੋਂ ਕੋਈ ਵੀ ਸਿਰਜਣਹਾਰ ਇਹ ਵੇਖਦਾ ਹੈ ਕਿ ਉਸ ਦੀ ਸਿਰਜਣਾ ਜਾਂ ਰਚਨਾ ਆਊਟ ਆਫ ਕੰਟਰੋਲ ਜਾਂ ਕੰਟਰੋਲ ਤੋਂ ਬਾਹਰ ਹੋ ਗਈ ਹੈ, ਉਦੋਂ ਹੋਰ ਕੋਈ ਰਸਤਾ ਨਹੀਂ ਬਚਿਆ ਹੈ ਤੇ ਫਿਰ ਉਹ ਉਸ ਦੀ ਸਮਾਪਤੀ ਜਾਂ ਵਿਨਾਸ਼ ਕਰ ਦਿੰਦਾ ਹੈ। ਬ੍ਰਹਮੰਡ ਦਾ ਮਾਲਿਕ ਸ਼ਿਵ ਸ਼ੰਕਰ ਦੇ ਰਾਹੀਂ ਬ੍ਰਹਮੰਡ ਦਾ ਵਿਨਾਸ਼ ਕਰਾਂਦਾ ਹੈ। ਸ਼ੰਕਰ ਨੂੰ ਕਾਲ ਚੱਕਰ ਕਹਿੰਦੇ ਹਨ। ਕਾਲ ਮਤਲਬ ਸਮਾਂ ਤੇ ਸਮੇਂ ਦਾ ਚੱਕਰ ਤੇ ਕਾਲ ਚੱਕਰ ਮਤਲਬ ਬ੍ਰਹਮਾ ਦੇ 100 ਸਾਲ ਜਾਂ 100 ਈਅਰਸ ਦਾ ਚੱਕਰ ਤੇ ਬ੍ਰਹਮੰਡ ਦੀ ਉਮਰ ਹੈ ਬ੍ਰਹਮਾ ਦੇ 100 ਸਾਲ। ਇਸ ਕਰਕੇ ਬ੍ਰਹਮੰਡ ਦਾ ਸਮੇਂ ਜਾਂ ਕਾਲ ਦਾ ਚੱਕਰ 100 ਸਾਲ ਦਾ ਹੋਇਆ। ਹੁਣ ਸਮੇਂ ਦੇ ਚੱਕਰ ਦੇ ਹਿਸਾਬ ਨਾਲ ਬ੍ਰਹਮੰਡ ਦਾ ਟਾਈਮ ਪੂਰਾ ਹੋਇਆ ਅਤੇ ਪਾਵਰ ਵੀ ਪੂਰਾ ਹੋਇਆ, ਕਿਉਂਕਿ ਕਾਲ ਦਾ ਮਤਲਬ ਪਾਵਰ ਵੀ ਹੈ। ਹੁਣ ਪਾਵਰ ਵੀ ਖਤਮ ਹੋ ਗਈ, ਇਸ ਲਈ ਬ੍ਰਹਮੰਡ ਦੇ ਮਾਲਕ ਜਾਂ ਸਿਰਜਣਹਾਰ ਨੂੰ ਬ੍ਰਹਮੰਡ ਨੂੰ ਆਪਣੇ ਅੰਦਰ ਸਮੇਟਣਾ ਪਿਆ। ਬ੍ਰਹਮੰਡ ਜ਼ਿਆਦਾ ਇਸ ਕਰਕੇ ਨਹੀਂ ਚੱਲਿਆ ਕਿਉਂਕਿ ਸ਼ਿਵ ਦੀ ਆਤਮਾ ਤੇ ਜੋ ਪਾਵਰ ਸੀ ਜਾਂ ਪਰਮ ਤੱਤ ਸਨ ਉਹ ਖਤਮ ਹੋ ਗਏ।
ਇਸੇ ਕਰਕੇ ਬ੍ਰਹਮੰਡ ਤੇ ਨੈਗੇਟਿਵਿਟੀ ਜਾਂ ਬੁਰੇ ਵਿਚਾਰ ਅਤੇ ਸੰਸਕਾਰ ਹੋ ਗਏ ਸਨ ਤੇ ਬਹੁਤ ਬੁਰਾਈ ਫੈਲ ਗਈ ਸੀ। ਇਸ ਕਰਕੇ ਸ਼ਿਵ ਨੂੰ ਬ੍ਰਹਮੰਡ ਵਾਈਂਡ ਅਪ ਕਰਨਾ ਪਿਆ। ਸ਼ਿਵ ਦੇ ਅੰਦਰ ਪਰਮ ਸ਼ਕਤੀਆਂ, ਪਰਮ ਤੱਤ ਖਤਮ ਹੋ ਗਏ ਤੇ ਉਹ ਇੱਕ ਸਧਾਰਨ ਆਤਮਾ ਬਣ ਗਿਆ, ਯਾਨੀ ਸ਼ਿਵ ਪਰਮਾਤਮਾ ਤੋਂ ਆਤਮਾ ਬਣ ਗਿਆ। ਹੁਣ ਸ਼ਿਵ ਨੂੰ ਪਾਵਰ ਚਾਹੀਦੀ, ਕਿਉਂਕਿ ਉਸ ਦੀ ਆਪਣੀ ਪਾਵਰ ਵੀ ਖਤਮ ਹੋ ਗਈ ਅਤੇ ਉਸ ਦਾ ਆਤਮਾ ਦੇ ਅੰਦਰ ਨੈਗੇਟਿਵਿਟੀ ਵੀ ਆ ਗਈ। ਤੇ ਸ਼ਿਵ ਦਾ ਸਿਰਜਣਹਾਰ ਹੈ ਮਹਾਸ਼ਿਵ। ਇਸੇ ਕਰਕੇ ਅਸੀਂ ਮਹਾਸ਼ਿਵਰਾਤਰੀ ਮਨਾਉਂਦੇ ਹਾਂ ਤੇ ਸ਼ਿਵ ਹੁਣ ਮਹਾਸ਼ਿਵ ਦੇ ਅੰਦਰ ਸਮਾ ਜਾਂਦਾ ਹੈ। ਮਹਾਸ਼ਿਵ ਮਹਾਬ੍ਰਹਮੰਡ ਯਾਨੀ ਗੈਲੈਕਸੀ ਦਾ ਰਚਨਾਕਾਰ ਜਾਂ ਮਾਲਿਕ ਹੈ। ਮਹਾਬ੍ਰਹਮੰਡ ਦੇ ਅੰਦਰ ਅਨੰਤ ਕੋਟੀ ਬ੍ਰਹਮੰਡ ਜਾਂ ਬੇਅੰਤ ਤਰ੍ਹਾਂ ਦੇ ਬ੍ਰਹਮੰਡ ਚਾਰੋਂ ਪਾਸੇ ਘੁੰਮਦੇ ਰਹਿੰਦੇ ਹਨ, ਕਿਉਂਕਿ ਮਹਾਸ਼ਿਵ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਦਾ ਮਾਲਿਕ ਹੈ। ਇਸੇ ਤਰ੍ਹਾਂ ਜਦੋਂ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਜਾਂ ਅਨੰਤ ਕੋਟੀ ਬ੍ਰਹਮੰਡਾਂ ਦੀ ਪਾਵਰ ਖਤਮ ਹੋ ਜਾਂਦੀ ਹੈ, ਸ਼ਿਵ ਜੀਵ ਬਣ ਜਾਂਦੇ ਹਨ, ਉਦੋਂ ਮਹਾਸ਼ਿਵ ਜੋ ਕਿ ਮਹਾਕਾਲ ਹੈ, 1 ਸੈਕਿੰਡ ਦੇ ਅੰਦਰ ਆਪਣੀ ਸੂਖਮ ਸ਼ਕਤੀਆਂ ਦੇ ਰਾਹੀਂ ਕਾਲ ਅਗਨ ਪੈਦਾ ਕਰਕੇ ਅਨੰਤ ਕੋਟੀ ਬ੍ਰਹਮੰਡਾਂ ਨੂੰ ਆਪਣੇ ਰੋਮ ਰੋਮ ਤੇ ਸਮਾ ਲੈਂਦਾ ਹੈ। ਜਿਸ ਤਰ੍ਹਾਂ ਕਿ ਸ਼ਿਵ ਯਾਨੀ ਇੱਕ ਬ੍ਰਹਮੰਡ ਦਾ ਮਾਲਿਕ ਜਾਂ 1 ਸੋਲਰ ਸਿਸਟਮ ਦਾ ਮਾਲਿਕ ਵੀ ਕਾਲ ਅਗਨ ਪੈਦਾ ਕਰਕੇ ਪੂਰੇ ਬ੍ਰਹਮੰਡ ਨੂੰ ਅਗਨ ਤੱਤ ਦੇ 1 ਸੈਕਿੰਡ ਦੇ ਅੰਦਰ ਬਦਲ ਦਿੰਦਾ ਹੈ ਅਤੇ ਵਾਈਂਡ ਅਪ ਕਰਕੇ ਆਪਣੇ ਅੰਦਰ ਸਮਾ ਲੈਂਦਾ ਹੈ। ਜਿਸ ਤਰ੍ਹਾਂ ਅੱਜ ਸਾਇੰਸ ਵਾਲੇ ਵੀ ਦੱਸ ਰਹੇ ਹਨ ਕਿ ਸਪੇਸ ਦੇ ਅੰਦਰ ਵੱਡੇ ਵੱਡੇ ਬਲੈਕ ਹੋਲ ਬਣ ਰਹੇ ਹਨ ਤੇ ਬਲੈਕ ਹੋਲ ਕਿਸ ਦੇ ਸੰਕਲਪਾਂ ਜਾਂ ਸੋਚ ਨਾਲ ਚੱਲ ਰਹੇ ਹਨ। ਜਿਸ ਤਰ੍ਹਾਂ 5 ਤੱਤ ਜਾਂ 5 ਐਲੀਮੈਂਟਸ ਦੇ ਸਰੀਰ ਨੂੰ ਚਲਾਉਣ ਵਾਲੀ ਆਤਮਾ ਹੈ। ਜਦੋਂ ਆਤਮਾ ਸਰੀਰ ਤੋਂ ਨਿਕਲ ਜਾਂਦੀ ਹੈ ਤੇ 5 ਤੱਤਾਂ ਦੇ ਸਰੀਰ ਦੀ ਅਤੇ 5 ਤੱਤਾਂ ਦੀ ਕੋਈ ਵੈਲਿਊ ਜਾਂ ਕੀਮਤ ਨਹੀਂ ਰਹਿੰਦੀ। ਇਸੇ ਤਰ੍ਹਾਂ ਇਹ ਬ੍ਰਹਮੰਡ ਵੀ ਸਥੂਲ ਤੱਤਾਂ ਤੋਂ ਬਣੇ ਹਨ। ਤੱਤ ਮਤਲਬ ਵਿਅਕਤ ਦੁਨੀਆ ਜਾਂ ਦਿਸਣ ਵਾਲੀ ਦੁਨੀਆ। ਤੇ ਇਹ ਵਿਅਕਤ ਦੁਨੀਆ ਨੂੰ ਚਲਾਉਣ ਵਾਲਾ ਕੌਣ ਹੈ? ਅਵਿਅਕਤ ਯਾਨੀ ਨਾ ਦਿਸਣ ਵਾਲੀ ਜਾਗਰਤ ਸ਼ਕਤੀਆਂ ਕੌਣ ਹਨ ਜੋ ਵਿਅਕਤ ਦੁਨੀਆ ਨੂੰ ਚਲਾ ਰਹੀਆਂ ਹਨ। ਜਿਸ ਤਰ੍ਹਾਂ ਇੱਕ ਬ੍ਰਹਮੰਡ ਨੂੰ ਚਲਾਉਣ ਵਾਲੀ ਇੱਕ ਅਵਿਅਕਤ ਆਤਮਾ ਹੈ ਤੇ ਇਸੇ ਤਰ੍ਹਾਂ ਬੇਅੰਤ ਤਰ੍ਹਾਂ ਦੇ ਬ੍ਰਹਮੰਡਾਂ ਨੂੰ ਬੇਅੰਤ ਤਰ੍ਹਾਂ ਦੀਆਂ ਆਤਮਾਵਾਂ ਕਿਸ ਤਰ੍ਹਾਂ ਚਲਾ ਰਹੀਆਂ ਹਨ। ਬੇਅੰਤ ਤਰ੍ਹਾਂ ਦੇ ਬ੍ਰਹਮੰਡ ਹਨ ਤੇ ਬੇਅੰਤ ਤਰ੍ਹਾਂ ਦੇ ਸ਼ਿਵ ਵੀ ਹੋ ਗਏ। ਸ਼ਿਵ ਇਹਨਾਂ ਬ੍ਰਹਮੰਡਾਂ ਨੂੰ ਬ੍ਰਹਮਾ, ਵਿਸ਼ਨੂੰ, ਸ਼ੰਕਰ ਦੇ ਰਾਹੀਂ ਚਲਾਉਂਦੇ ਹਨ। ਸ਼ਿਵ ਪਰਮਾਤਮਾ ਜਦੋਂ ਨਿਰਾਕਾਰ ਯਾਨੀ ਆਕਾਰ ਤੋਂ ਰਹਿਤ ਸੀ, ਉਦੋਂ ਉਸਨੇ ਸੋਚਿਆ ਕਿ ਮੈਂ ਨਿਰਾਕਾਰ ਇੱਕ ਤੋਂ ਅਨੇਕ ਹੋ ਜਾਵਾਂ ਤੇ ਨਿਰਾਕਾਰ ਸ਼ਿਵ ਵਿੱਚੋਂ ਆਕਾਰੀ ਯਾਨੀ 3 ਤੱਤਾਂ ਵਾਲੇ ਜਾਂ 3 ਐਲੀਮੈਂਟਸ ਵਾਲੇ ਸ਼ਿਵ ਨਿਕਲੇ। ਆਕਾਰੀ ਸ਼ਿਵ ਨੇ ਫਿਰ ਸ਼ਕਤੀ ਨੂੰ ਬਣਾਇਆ। ਫਿਰ ਸ਼ਿਵ ਤੇ ਸ਼ਕਤੀ ਦੋਨਾਂ ਨੇ ਮਿਲ ਕੇ ਵਿਸ਼ਨੂੰ ਨੂੰ ਬਣਾਇਆ। ਵਿਸ਼ਨੂੰ ਨੇ ਲਕਸ਼ਮੀ ਨੂੰ ਬਣਾਇਆ ਤੇ ਵਿਸ਼ਨੂੰ ਲਕਸ਼ਮੀ ਨਾਰਾਇਣ ਦਾ ਕੰਬਾਈਨ ਜਾਂ ਇਕੱਠਿਆਂ ਦਾ ਰੂਪ ਹੈ। ਵਿਸ਼ਨੂੰ ਮਤਲਬ 4 ਭੁਜਾਵਾਂ ਜਾਂ ਬਾਹਾਂ ਵਾਲਾ। ਜਿਸ ਤਰ੍ਹਾਂ ਕਿ ਆਪ ਜੀ ਨੇ ਵਿਸ਼ਨੂੰ ਨੂੰ ਵੇਖਿਆ ਹੈ, ਵਿਸ਼ਨੂੰ ਨੇ ਆਪਣੀ ਧੁਨੀ ਜਾਂ ਨਾਭੀ ਤੋਂ ਬ੍ਰਹਮਾ ਨੂੰ ਕੱਢਿਆ। ਨਾਭੀ ਮਤਲਬ ਸ਼ਕਤੀਆਂ ਤੇ ਸ਼ਕਤੀ ਤੋਂ ਬ੍ਰਹਮਾ ਨੂੰ ਕੱਢਿਆ। ਇਸ ਤਰ੍ਹਾਂ ਸ਼ਾਸਤਰਾਂ ਤੇ ਲਿਖਿਆ ਹੈ। ਬ੍ਰਹਮਾ ਨੇ ਫਿਰ 7 ਜਾਂ 7 ਲੋਕਾਂ ਦੀ ਸਿਰਜਣਾ ਕੀਤੀ। ਫਿਰ ਮਨੁ ਸ਼ਤਰੂਪਾ ਜਾਂ ਐਡਮ ਈਵ ਦੀ ਰਚਨਾ ਕੀਤੀ ਅਤੇ ਮਨੁ ਸ਼ਤਰੂਪਾ ਨੇ ਫਿਰ ਮਨੁ ਸ੍ਰਿਸ਼ਟੀ ਯਾਨੀ ਮਨੁੱਖ ਸ੍ਰਿਸ਼ਟੀ ਦੀ ਸਿਰਜਣਾ ਕੀਤੀ। ਤੇ ਜਿਸ ਤਰ੍ਹਾਂ ਇਹ ਕਰਮ ਕਰਦੇ ਗਏ, ਉਸ ਤਰ੍ਹਾਂ ਸ੍ਰਿਸ਼ਟੀ ਚੱਲਦੀ ਰਹੀ। ਬ੍ਰਹਮਾ ਨੇ ਸੰਕਲਪਾਂ ਤੋਂ ਜਾਂ ਵਿਚਾਰਾਂ ਤੋਂ ਇਹ ਸ੍ਰਿਸ਼ਟੀ ਜਾਂ ਬ੍ਰਹਮੰਡ ਬਣਾਇਆ ਸੀ। ਸਪਤ ਰਿਸ਼ੀ ਜਾਂ 7 ਰਿਸ਼ੀ ਬਣਾਏ ਸਨ। ਫਿਰ ਮਨੁ ਸ਼ਤਰੂਪਾ ਪ੍ਰਜਾਪਤੀ ਬਣਾਏ ਸਨ ਤੇ ਬ੍ਰਹਮਾ ਦੇ ਰਾਹੀਂ ਸਿਰਜਣਾ ਹੁੰਦੀ ਰਹਿੰਦੀ ਹੈ। ਵਿਸ਼ਨੂੰ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ ਤੇ ਜਦੋਂ ਵੀ ਜ਼ਰੂਰਤ ਹੁੰਦੀ ਹੈ, ਸ਼ੰਕਰ ਵਿਨਾਸ਼ ਕਰਦਾ ਹੈ। ਯਦਾ ਯਦਾ
ਹੀ ਧਰਮस्य ਗਲਾਨਿਰ ਭਵਤੀ ਭਾਰਤः। ਤੇ ਇਸ ਧਰਤੀ ਤੇ ਜਦੋਂ ਵੀ ਧਰਮ ਦੀ ਗਲਾਨੀ ਜਾਂ ਧਰਮ ਦਾ ਨਾਸ ਹੁੰਦਾ ਹੈ ਉਦੋਂ ਵਿਸ਼ਨੂੰ ਦੇ ਅਵਤਾਰ ਹੁੰਦੇ ਹਨ। ਇਸੇ ਤਰ੍ਹਾਂ ਸ਼ਿਵ ਦੇ ਵੀ ਸ਼ਾਸਤਰਾਂ ਤੇ ਦੱਸਿਆ ਗਿਆ ਹੈ 28 ਜਾਂ 28 ਅਵਤਾਰ ਹੋਏ ਹਨ। ਤੇ ਸ਼ੰਕਰ ਜੋ ਕਿ ਹਿਮਾਲੇ ਤੇ ਰਹਿੰਦਾ ਹੈ ਦੱਸਿਆ ਜਾਂਦਾ ਹੈ ਉਹ ਵੀ ਸ਼ਿਵ ਆਕਾਰੀ ਦਾ ਅਵਤਾਰ ਹੈ। ਸ਼ਿਵ ਸ਼ਕਤੀ ਤੇ ਉੱਪਰ ਰਹਿੰਦੇ ਹਨ, ਉਹਨਾਂ ਦੇ ਅਵਤਾਰ ਹੁੰਦੇ ਹਨ। ਬ੍ਰਹਮਾ ਵਿਸ਼ਨੂੰ ਵੀ ਉੱਪਰ ਰਹਿੰਦੇ ਹਨ, ਧਰਤੀ ਤੇ ਉਹਨਾਂ ਦੇ ਅਵਤਾਰ ਹੁੰਦੇ ਹਨ ਤੇ ਉੱਪਰੋਂ ਦੀ ਸਭ ਕੰਮ ਕਰਵਾਏ ਜਾਂਦੇ ਹਨ। ਤੇ ਧਰਤੀ ਯਾਨੀ ਭੂਲੋਕ, ਭੂਲੋਕ ਮਤਲਬ 5 ਤੱਤ। ਜਿਸ ਤਰ੍ਹਾਂ ਇਹ ਮਨੁੱਖ ਸਰੀਰ 5 ਤੱਤਾਂ ਜਾਂ 5 ਐਲੀਮੈਂਟਸ ਦਾ ਬਣਿਆ ਹੈ ਤੇ ਇਸ ਤੇ ਧਰਤੀ ਜਾਂ ਭੂਲੋਕ ਵੀ ਇੱਕ ਤੱਤ ਹੈ। ਧਰਤੀ ਤੇ ਹੀ 4 ਯੁੱਗ ਹੁੰਦੇ ਹਨ, ਉੱਪਰ ਦੇ ਲੋਕਾਂ ਤੇ ਨਹੀਂ ਹੁੰਦੇ। 4 ਯੁੱਗ, 4 ਯੁੱਗ, ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ। ਯੁੱਗ ਮਤਲਬ ਸਮਾਂ ਜਾਂ ਟਾਈਮ ਹੈ। ਸ਼ਾਸਤਰਾਂ ਤੇ ਲਿਖਿਆ ਹੋਇਆ ਹੈ ਕਿ ਜਦੋਂ ਜਦੋਂ ਧਰਤੀ ਤੇ ਧਰਮ ਗਲਾਨੀ ਜਾਂ ਧਰਮ ਦੀ ਹਾਨੀ ਹੁੰਦੀ ਹੈ ਤੇ ਸੰਭਵਾਮੀ ਯੁਗੇ ਯੁਗੇ ਮਤਲਬ ਉਦੋਂ ਹਰ ਯੁੱਗ ਤੇ ਪਰਮਾਤਮਾ ਅਵਤਾਰ ਲੈ ਕੇ ਆਂਦਾ ਹੈ। ਜਿਸ ਤਰ੍ਹਾਂ ਸਤਯੁਗ ਤੇ ਰਾਜਾ ਪ੍ਰਿਥੂ ਆਏ, ਤ੍ਰੇਤਾ ਤੇ ਰਾਮ ਆਏ, ਦੁਆਪਰ ਤੇ ਕ੍ਰਿਸ਼ਨ ਆਏ, ਫਿਰ ਵਿਸ਼ਨੂੰ ਦੇ ਅਵਤਾਰ ਹੋਣ ਲੱਗੇ। ਤੇ ਸ਼ਾਸਤਰਾਂ ਤੇ ਵੀ ਧਰਮ ਗਲਾਨੀ ਦੀ ਜੋ ਗੱਲਾਂ ਦੱਸੀਆਂ ਗਈਆਂ ਹਨ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਨਾਲ ਰਿਫਲੈਕਟ ਜਾਂ ਸਪਸ਼ਟ ਵਿਖਾਈ ਨਹੀਂ ਦਿੰਦੀਆਂ। ਜੋ ਬਿਲਕੁਲ ਸਹੀ ਜਾਂ ਐਕਿਊਰੇਟ ਗੱਲਾਂ ਜੋ ਸਮਝਣ ਵਾਲੀਆਂ ਹਨ ਉਹ ਨਹੀਂ ਹੁੰਦੀਆਂ। ਤੇ ਆਪ ਜੀ ਨੂੰ ਐਕਿਊਰੇਟ ਗੱਲਾਂ ਵੱਡੇ ਰੂਪ ਤੇ ਸਮਝਾਉਣ ਲਈ ਬਹੁਤ ਕੁਝ ਦੱਸਣਾ ਹੈ। ਅੱਗੇ ਜਾ ਕੇ ਬ੍ਰਹਮੰਡ, ਮਹਾਬ੍ਰਹਮੰਡ, ਪਰਮ ਮਹਾਬ੍ਰਹਮੰਡ ਬਹੁਤ ਕੁਝ ਆਪ ਜੀ ਨੂੰ ਦੱਸਣਾ ਹੈ। ਤੇ ਧਰਤੀ ਤੇ 4 ਯੁੱਗ, ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ ਹੁੰਦੇ ਹਨ। ਕਲਯੁਗ ਦੀ ਉਮਰ 4,32,000 ਯਾਨੀ 4,32,000 ਹੈ। ਇਸ ਤੋਂ ਡਬਲ ਜਾਂ 2 ਗੁਣਾ ਜਾਂ 2 ਟਾਈਮਸ ਦੁਆਪਰ ਦੀ ਉਮਰ ਹੈ। ਇਸ ਤੋਂ 3 ਗੁਣਾ ਜਾਂ 3 ਟਾਈਮਸ ਤ੍ਰੇਤਾ ਦੀ ਹੈ। ਇਸ ਤੋਂ 4 ਗੁਣਾ ਜਾਂ 4 ਟਾਈਮਸ ਸਤਯੁਗ ਦੀ ਉਮਰ ਹੈ। ਤੇ ਕੁੱਲ ਮਿਲਾ ਕੇ 4 ਯੁਗਾਂ ਦੀ ਉਮਰ ਦਾ ਕਾਲ ਜਾਂ ਟਾਈਮ 43,20,000 ਈਅਰਸ ਯਾਨੀ 43,20,000 ਸਾਲ ਹਨ। ਜਦੋਂ ਧਰਤੀ ਤੇ 43,20,000 ਸਾਲ ਯਾਨੀ 43,20,000 ਈਅਰਸ ਬੀਤ ਜਾਂਦੇ ਹਨ ਯਾਨੀ ਜਦੋਂ 4 ਯੁੱਗ ਪੂਰੇ ਹੋ ਜਾਂਦੇ ਹਨ ਉਦੋਂ ਧਰਤੀ ਤੇ ਅਰਧ ਪਰਲੇ ਜਾਂ ਅੱਧਾ ਪਰਲੇ ਹੁੰਦਾ ਹੈ। ਉਸ ਨੂੰ ਆਂਸ਼ਿਕ ਪਰਲੇ ਮਤਲਬ ਅੰਸ਼ ਜਿੰਨਾ ਪਰਲੇ ਹੁੰਦਾ ਹੈ ਉਹ ਵੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ ਪਹਿਲਾਂ ਵੀ ਇਸ ਵੀਡੀਓ ਦੀ ਸ਼ੁਰੂਆਤ ਤੇ ਇਹ ਦੱਸਿਆ ਹੈ ਕਿ ਜਦੋਂ 71 ਵਾਰ ਜਾਂ 71 ਟਾਈਮਸ ਅਰਧ ਪਰਲੇ ਹੁੰਦੇ ਹਨ ਉਦੋਂ ਮਨੁ ਸ਼ਤਰੂਪਾ ਜਾਂ ਐਡਮ ਈਵ ਜਾਂ ਦਾ ਟਾਈਮ ਪੂਰਾ ਹੁੰਦਾ ਹੈ ਅਤੇ ਉਦੋਂ ਪੂਰੀ ਧਰਤੀ ਤੇ ਪਰਲੇ ਹੋ ਜਾਂਦੀ ਹੈ, ਕੋਈ ਵੀ ਨਹੀਂ ਬਚਦਾ। ਫਿਰ ਇਸ ਤਰ੍ਹਾਂ 14 ਵਾਰ ਜਾਂ 14 ਟਾਈਮਸ ਮਨੁ ਸ਼ਤਰੂਪਾ ਬਦਲ ਜਾਂਦੇ ਹਨ ਯਾਨੀ 14 ਮਨਵੰਤਰ ਹੁੰਦੇ ਹਨ। ਉਦੋਂ ਬ੍ਰਹਮਾ ਦਾ ਇੱਕ ਦਿਨ ਜਾਂ 1 ਡੇ ਪੂਰਾ ਹੁੰਦਾ ਹੈ। ਬ੍ਰਹਮਾ ਦਾ ਇੱਕ ਦਿਨ ਮਤਲਬ ਕਲਪ ਪਰਲੇ ਜਿਸ ਤੇ 3 ਲੋਕ ਭੂਲੋਕ ਯਾਨੀ ਧਰਤੀ, ਭੂਵਰ ਲੋਕ, ਸਵਰਗ ਲੋਕ ਤਿੰਨੋਂ ਖਤਮ ਹੋ ਜਾਂਦੇ ਹਨ ਤੇ ਬ੍ਰਹਮਾ ਦੇ ਇੱਕ ਦਿਨ ਤੇ ਕਲਪ ਪਰਲੇ ਹੁੰਦਾ ਹੈ। ਅਰਧ ਪਰਲੇ, ਪਰਲੇ, ਕਲਪ ਪਰਲੇ ਤੇ ਇਸ ਤਰ੍ਹਾਂ ਬ੍ਰਹਮਾ ਦੇ 100 ਸਾਲ ਪੂਰੇ ਹੁੰਦੇ ਹਨ ਤੇ ਬ੍ਰਹਮਾ ਦੀ ਉਮਰ 100 ਸਾਲ ਹੈ ਅਤੇ ਬ੍ਰਹਮੰਡ ਦੀ ਉਮਰ ਵੀ 100 ਸਾਲ ਜਾਂ 100 ਈਅਰਸ ਹੁੰਦੀ ਹੈ। ਜਦੋਂ ਬ੍ਰਹਮਾ ਦੀ ਉਮਰ ਜਾਂ ਏਜ 100 ਸਾਲ ਪੂਰੀ ਹੁੰਦੀ ਹੈ ਤੇ ਉਸ ਤੇ ਕਿੰਨੇ ਕਲਪ ਪਰਲੇ ਹੁੰਦੇ ਹਨ ਆਪ ਜੀ ਗਿਣ ਸਕਦੇ ਹੋ। ਬ੍ਰਹਮਾ ਦਾ ਇੱਕ ਦਿਨ ਬਰਾਬਰ ਹੈ ਇੱਕ ਕਲਪ ਪਰਲੇ ਦੇ। ਤੇ ਇਸੇ ਤਰ੍ਹਾਂ ਆਪ ਜੀ ਨੂੰ ਕਾਲ ਮਤਲਬ ਟਾਈਮ ਤੇ ਸਮੇਂ ਜਾਂ ਟਾਈਮ ਦੇ ਚੱਕਰਾਂ ਨੂੰ ਸਮਝਣਾ ਪਏਗਾ। ਟਾਈਮ ਜਾਂ ਕਾਲ ਚੱਕਰ ਕਿਸ ਤਰ੍ਹਾਂ ਚੱਲਦਾ ਹੈ। ਧਰਤੀ ਦਾ ਇੱਕ ਸਾਲ ਮਤਲਬ ਸਵਰਗ ਲੋਕ ਦੇ ਦੇਵਤਿਆਂ ਦਾ ਇੱਕ ਦਿਨ ਹੈ ਤੇ ਦੇਵਤਿਆਂ ਤੋਂ ਉੱਪਰ ਸਪਤ ਰਿਸ਼ੀ ਦੱਸੇ ਜਾਂਦੇ ਹਨ ਤੇ ਸਪਤ ਰਿਸ਼ੀਆਂ ਦਾ ਇੱਕ ਦਿਨ ਮਤਲਬ ਦੇਵਤਿਆਂ ਦਾ ਇੱਕ ਸਾਲ ਹੈ। ਇਸੇ ਤਰ੍ਹਾਂ ਉੱਪਰ ਜਾਂਦੇ ਜਾਓ ਤੇ ਸਮੇਂ ਦੀ ਗਤੀ ਜਾਂ ਸਪੀਡ ਵੱਧਦੀ ਜਾਂਦੀ ਹੈ। ਕਾਲ ਮਤਲਬ ਸਮਾਂ,
ਕਾਲ ਮਤਲਬ ਪਾਵਰ ਅਤੇ ਕਾਲ ਮਤਲਬ ਗਤੀ ਮਤਲਬ ਟਾਈਮ ਦੀ ਸਪੀਡ। ਤੇ ਆਤਮਾਵਾਂ ਤੇ ਜਿੰਨੀ ਪਾਵਰ ਹੁੰਦੀ ਹੈ ਉਨਾ ਟਾਈਮ ਫਾਸਟ ਗਤੀ ਨਾਲ ਜਾਂਦਾ ਹੈ ਅਤੇ ਜਿੰਨੀ ਆਤਮਾ ਤੇ ਪਾਵਰ ਘੱਟ ਹੁੰਦੀ ਹੈ ਉਨੀ ਟਾਈਮ ਦੀ ਗਤੀ ਜਾਂ ਸਪੀਡ ਘੱਟ ਹੋ ਜਾਂਦੀ ਹੈ। ਗਤੀ ਤੇ ਮਤੀ, ਮਤੀ ਮਤਲਬ ਬੁੱਧ। ਇਸ ਲਈ ਪਰਮਾਤਮਾ ਨੂੰ ਕੀ ਕਹਿੰਦੇ ਹਨ ਕਿ ਤੇਰੀ ਗਤੀਮਤੀ ਤੂੰ ਹੀ ਜਾਣੇ, ਕਿਉਂਕਿ ਪਰਮਾਤਮਾ ਨੂੰ ਕੋਈ ਸਮਝ ਨਹੀਂ ਸਕਦਾ ਤੇ ਪੂਰਾ ਬ੍ਰਹਮੰਡ ਆਪ ਨੂੰ ਸਮਝਣਾ ਪਏਗਾ। ਤੇ ਜੋ ਮਨੁੱਖ ਚੰਗੇ ਕਰਮ ਇਸ ਭੂਲੋਕ ਤੇ ਜਾਂ ਧਰਤੀ ਲੋਕ ਤੇ ਕਰਦੇ ਹਨ ਤੇ ਉਹ ਹੌਲੀ ਹੌਲੀ ਦੂਸਰੇ ਲੋਕ ਹੋਰ ਲੋਕ ਤੇ ਜਾਂਦੇ ਹਨ। ਜੋ ਆਤਮਾਵਾਂ ਨਸ਼ਟੋ ਮੋਹਾ ਹੁੰਦੀਆਂ ਹਨ ਯਾਨੀ ਮੋਹ ਦੇ ਵਿਕਾਰ ਤੋਂ ਰਹਿਤ ਹੁੰਦੀਆਂ ਹਨ ਤੇ ਉਹ ਉੱਪਰ ਦੇ ਲੋਕ ਤੇ ਜਾਂਦੀਆਂ ਹਨ। ਪਰ ਜੋ ਆਤਮਾਵਾਂ ਮੋਹ ਦੇ ਵਿਕਾਰ ਤੇ ਹੁੰਦੀਆਂ ਹਨ ਤੇ ਸਰੀਰ ਛੱਡਣ ਤੋਂ ਬਾਅਦ ਉਹ ਐਸੀ ਧਰਤੀ ਤੇ ਭਟਕਦੀਆਂ ਰਹਿੰਦੀਆਂ ਹਨ, ਕਿਉਂਕਿ ਆਤਮਾ ਦੀ ਅੰਤਮਤੀ ਸੋ ਗਤੀ ਦੇ ਹਿਸਾਬ ਨਾਲ ਅੰਤ ਸਮੇਂ ਤੇ ਜਾਂ ਆਖਰੀ ਸਮੇਂ ਤੇ ਆਤਮਾ ਦੀ ਬੁੱਧ ਤੇ ਜਾਂ ਮਤ ਤੇ ਜੋ ਹੁੰਦਾ ਹੈ ਉਸੇ ਹਿਸਾਬ ਨਾਲ ਆਤਮਾ ਦੀ ਸਦਗਤੀ ਜਾਂ ਦੁਰਗਤ ਹੁੰਦੀ ਹੈ। ਜੇਕਰ ਆਤਮਾ ਮੋਹ ਦੇ ਵਿਕਾਰ ਤੋਂ ਪਰੇ ਹੈ ਤੇ ਉੱਪਰ ਦੂਸਰੇ ਲੋਕ ਭੂਵਰ ਲੋਕ ਤੇ ਚਲੀ ਜਾਂਦੀ ਹੈ। ਉੱਥੇ ਵੀ ਜਿੰਨੇ ਵੀ ਮੱਠ ਸੰਪਰਦਾਇ ਜਾਂ ਮੰਦਰ ਆਦਿ ਇੱਥੇ ਹਨ, ਉੱਥੇ ਵੀ ਸਾਧੂ ਸੰਤ ਮੱਠਾਂ ਸੰਪਰਦਾਇਆਂ ਤੇ ਬੈਠੇ ਹਨ ਤੇ ਇਹ ਤਿੰਨ ਤੱਤਾਂ ਯਾਨੀ 3 ਐਲੀਮੈਂਟਸ ਵਾਲੀਆਂ ਆਤਮਾਵਾਂ ਜੋ ਉੱਪਰ ਦੂਸਰੇ ਲੋਕ ਯਾਨੀ ਭੂਵਰ ਲੋਕ ਤੇ ਬੈਠੀਆਂ ਹਨ, ਉਹ ਸਾਰੀ ਦੁਨੀਆ ਦੀ ਕੰਟਰੋਲਿੰਗ ਕਰਦੀਆਂ ਹਨ। ਸਭ ਕੰਟਰੋਲਿੰਗ ਉੱਪਰੋਂ ਦੀ ਦੂਸਰੇ ਲੋਕ ਤੇ ਜੋ 3 ਤੱਤਾਂ ਤੇ ਸਾਰੇ ਧਰਮ ਪਿਤਾ, ਧਰਮ ਗੁਰੂ ਜਾਂ ਜਿੰਨੇ ਵੀ ਮੱਠ ਮੰਦਰ ਜੋ ਵੀ ਬਣੇ ਹਨ ਉਹਨਾਂ ਸਾਰਿਆਂ ਦੀਆਂ ਆਤਮਾਵਾਂ ਕਰਦੀਆਂ ਹਨ। ਤੇ ਉੱਪਰ ਜੋ ਇਹਨਾਂ ਦੇ ਭਗਤਾਂ ਦੀਆਂ ਆਤਮਾਵਾਂ ਉੱਪਰ ਬੈਠੀਆਂ ਹਨ ਉਹ ਸਾਰੀਆਂ ਕਿਸੇ ਨਾ ਕਿਸੇ ਤੇ ਪ੍ਰਵੇਸ਼ ਕਰਕੇ ਅਲੱਗ-ਅਲੱਗ ਧਰਮਾਂ ਦੀ ਸਥਾਪਨਾ ਕਰਵਾ ਰਹੀਆਂ ਹਨ। ਤੇ ਆਤਮਾ ਜੇਕਰ ਭੂਲੋਕ ਭੂਵਰ ਲੋਕ ਤੇ ਤਪੱਸਿਆ ਕਰੇਗੀ ਤੇ ਸਵਰਗ ਲੋਕ ਤੇ ਜਾਏਗੀ। ਤੇ ਸਵਰਗ ਲੋਕ ਤੇ ਦੇਵਤਾ ਕੀ ਕਰਦੇ ਹਨ ਆਪ ਜੀ ਨੂੰ ਪਤਾ ਹੈ। ਪਰ ਜੇਕਰ ਕੋਈ ਸਵਰਗ ਲੋਕ ਤੇ ਤਪੱਸਿਆ ਕਰੇਗੀ ਤਾਂ ਮਹਲੋਕ ਤੇ ਜਾਏਗੀ, ਫਿਰ ਮਹਲੋਕ ਤੋਂ ਜਨ ਲੋਕ ਤੇ, ਫਿਰ ਤਪ ਲੋਕ ਤੇ, ਫਿਰ ਸਤ ਲੋਕ ਤੇ, ਫਿਰ ਵਿਸ਼ਨੂਪੁਰੀ ਤੇ ਚਲੇ ਜਾਏਗੀ। ਆਤਮਾ ਜਦੋਂ ਵਿਸ਼ਨੂਪੁਰੀ ਚਲੇ ਜਾਂਦੀ ਹੈ ਉਸ ਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਉੱਥੇ ਉਸ ਆਤਮਾ ਦੇ 3 ਤੱਤਾਂ ਦੀ ਮਾਤਰਾ ਦਾ ਕੰਬੀਨੇਸ਼ਨ ਜਾਂ ਮੇਲ ਬਦਲ ਜਾਂਦਾ ਹੈ। ਹੁਣ ਉਸ ਤੇ 2% ਜਾਂ 2% ਪਰਮ ਤੱਤਾਂ ਦੀ ਮਾਤਰਾ ਅਤੇ 98% ਜਾਂ 98% 3 ਤੱਤ ਹੁੰਦੇ ਹਨ। ਯਾਨੀ 98% ਜਾਂ 98% ਆਕਾਸ਼, ਵਾਯੂ ਅਤੇ ਅਗਨ ਤੱਤ ਹੁੰਦੇ ਹਨ ਅਤੇ 2% ਜਾਂ 2% ਪਰਮ ਤੱਤ ਹੁੰਦਾ ਹੈ। ਜਿਸ ਤਰ੍ਹਾਂ ਉੱਪਰ ਜਾਂਦੇ ਜਾਓਗੇ ਪਰਮ ਤੱਤਾਂ ਦਾ ਅੰਸ਼ ਜਾਂ ਹਿੱਸਾ ਕੁਆਂਟੀਟੀ ਜਾਂ ਮਾਤਰਾ ਤੇ ਵੱਧਦਾ ਜਾਏਗਾ ਅਤੇ ਜਿਸ ਤਰ੍ਹਾਂ ਪਰਮ ਤੱਤ ਦੀ ਮਾਤਰਾ ਥੋੜੇ ਅੰਸ਼ ਤੇ ਵਧੇਗੀ ਤੇ ਆਤਮਾ ਥੋੜੀ ਸਾਇਲੈਂਸ ਜਾਂ ਸ਼ਾਂਤੀ ਨੂੰ ਮਹਿਸੂਸ ਕਰੇਗੀ। ਥੋੜੀ ਸ਼ਾਂਤੀ, ਕੋਈ ਪਰਮ ਸ਼ਾਂਤੀ ਨਹੀਂ। ਪਰਮ ਆਨੰਦ ਸਰੂਪ ਦੇ ਲਈ ਤੇ 100% ਜਾਂ 100% ਪਰਮ ਤੱਤ ਚਾਹੀਦੇ। ਉੱਥੇ ਤੇ ਅੰਸ਼ ਮਾਤਰ ਹੀ ਪਰਮ ਤੱਤ ਹਨ। ਫਿਰ ਆਤਮਾ ਸ਼ਿਵਪੁਰੀ ਚਲੇ ਜਾਏਗੀ, ਫਿਰ ਪਰਮ ਧਾਮ ਤੇ ਕੈਵਲਯ ਅਵਸਥਾ ਤੇ ਚਲੇ ਜਾਏਗੀ। ਕੈਵਲਯ ਅਵਸਥਾ ਮਤਲਬ ਨਿਰਾਕਾਰ ਅਵਸਥਾ। ਉੱਥੇ ਮਨ, ਬੁੱਧ ਸਭ ਬੰਦ ਹੋ ਜਾਂਦੀ ਹੈ ਤੇ ਉਹ ਸਾਇਲੈਂਸ ਜ਼ੋਨ ਜਾਂ ਸ਼ਾਂਤੀ ਧਾਮ ਹੈ। ਉਹ ਪਰਮ ਧਾਮ ਮਤਲਬ ਆਤਮਾ ਦਾ ਰੈਸਟ ਹੋਮ ਜਾਂ ਆਰਾਮ ਕਰਨ ਦਾ ਘਰ ਹੈ। ਉੱਥੇ ਆਤਮਾ ਨਿਸੰਕਲਪ ਜਾਂ ਵਿਚਾਰਾਂ ਤੋਂ ਪਰੇ ਰਹਿੰਦੀ ਹੈ, ਯਾਨੀ ਕੋਈ ਵੀ ਸੋਚ ਜਾਂ ਵਿਚਾਰ ਨਹੀਂ ਕਰਦੀ ਹੈ, ਨਿਰਾਕਾਰ ਰਹਿੰਦੀ ਹੈ। ਯਾਨੀ ਉੱਥੇ ਆਤਮਾ ਦਾ ਕੋਈ ਆਕਾਰ ਨਹੀਂ ਹੁੰਦਾ। ਸੋਚ, ਮਨ ਅਤੇ ਬੁੱਧ ਬਿਲਕੁਲ ਬੰਦ ਰਹਿੰਦੀ ਹੈ। ਪਰ ਜੇਕਰ ਕੋਈ ਆਤਮਾ ਪਰਮ ਧਾਮ ਤੋਂ ਨੀਚੇ ਆਉਣਾ ਚਾਹਵੇ ਤੇ ਹੌਲੀ ਕਰਕੇ ਨੀਚੇ ਆ ਸਕਦੀ ਹੈ ਅਤੇ ਆਤਮਾਵਾਂ ਨੀਚੇ ਆ ਜਾਂਦੀਆਂ ਹਨ। ਇਸ ਤਰ੍ਹਾਂ ਆਤਮਾਵਾਂ ਢੇਰ ਹਨ। ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਧਰਤੀ ਤੇ ਹੀ ਆਤਮਾਵਾਂ ਹਨ, ਨੀਚੇ ਨਰਕ ਵੀ ਹੈ, ਉੱਥੇ ਵੀ ਆਤਮਾਵਾਂ ਹਨ।
ਜਦੋਂ ਆਤਮਾਵਾਂ ਬਹੁਤ ਬੁਰੇ ਕਰਮ ਕਰਦੀਆਂ ਹਨ ਅਤੇ ਉਹਨਾਂ ਦਾ ਸੁਭਾਅ ਸੰਸਕਾਰ ਬਹੁਤ ਭੋਗੀ ਹੈ ਤੇ ਉਹ ਹੌਲੀ-ਹੌਲੀ ਨੀਚੇ ਪਾਤਾਲ ਲੋਕ ਤੱਕ ਚਲੇ ਜਾਂਦੀਆਂ ਹਨ। ਅਤਲ ਵਿਤਲ ਸੁਤਲ ਕਰਕੇ ਨੀਚੇ ਤੱਕ ਨਰਕ ਹਨ ਤੇ ਨਰਕ ਤੇ ਬਹੁਤ ਸਜ਼ਾਵਾਂ ਭੋਗਦੀਆਂ ਹਨ। ਇਹ ਸਭ ਕੁਝ ਸ਼ਾਸਤਰਾਂ ਤੇ ਲਿਖਿਆ ਹੈ। ਜਿਸ ਤਰ੍ਹਾਂ ਯਮਰਾਜ ਪਹਿਲਾਂ ਕਰਮਾਂ ਦੇ ਹਿਸਾਬ ਨਾਲ ਸਜ਼ਾਵਾਂ ਦੱਸਦਾ ਸੀ, ਪਰ ਹੁਣ ਯਮਰਾਜ ਵੀ ਨਹੀਂ ਹੈ। ਹੁਣ ਤੇ ਸਾਰੇ ਧਰਮ ਪਿਤਾਵਾਂ ਦਾ ਰਾਜ ਹੈ। ਜਿਸ ਵੀ ਧਰਮ ਪਿਤਾ ਨੂੰ ਤੁਸੀਂ ਯਾਦ ਕਰੋਗੇ, ਉਸ ਧਰਮ ਦੀਆਂ ਆਤਮਾਵਾਂ ਉੱਪਰ ਹਨ। ਉਹ ਆ ਕੇ ਤੁਹਾਨੂੰ ਲੈ ਜਾਣਗੀਆਂ। ਹੁਣ ਸਭ ਕੁਝ ਬਦਲ ਗਿਆ ਹੈ। ਹੁਣ ਯਮਰਾਜ ਵਾਲਾ ਉੱਪਰ ਸਿਸਟਮ ਖਤਮ ਹੋ ਗਿਆ ਹੈ। ਹਮੇਸ਼ਾ ਬਦਲਾਵ ਹੁੰਦਾ ਰਹਿੰਦਾ ਹੈ। ਹੁਣ ਧਰਮ ਪਿਤਾਵਾਂ ਦਾ ਰਾਜ ਹੈ ਅਤੇ ਜਿੰਨੇ ਵੀ ਧਰਮ ਪਿਤਾ ਹਨ ਉਹ 3 ਤੱਤਾਂ ਜਾਂ 3 ਐਲੀਮੈਂਟਸ ਦੇ ਉੱਪਰ ਬੈਠੇ ਹਨ। ਉਹ ਆ ਕੇ ਆਪਣੇ ਭਗਤਾਂ ਨੂੰ ਲੈ ਜਾਂਦੇ ਹਨ। ਅੱਜ ਜਿੰਨੇ ਵੀ ਧਰਮਾਂ ਦੀ ਸਥਾਪਨਾ ਹੋ ਰਹੀ ਹੈ, ਸਭ ਧਰਮ ਪਿਤਾ ਉੱਪਰੋਂ ਦੀ ਆ ਕੇ ਜਾਂ ਉਹਨਾਂ ਦੇ ਭਗਤਾਂ ਦੀ ਆਤਮਾਵਾਂ ਉੱਪਰੋਂ ਦੀ ਆ ਕੇ ਪ੍ਰਵੇਸ਼ ਕਰਕੇ ਧਰਮ ਦੀ ਸਥਾਪਨਾ ਕਰਵਾਉਂਦੀਆਂ ਹਨ। ਅੱਜ ਜਿੰਨੇ ਵੀ ਧਰਮ, ਤਕਰੀਬਨ 3 ਲੱਖ ਜਾਂ 3 ਲੱਖ ਧਰਮ, ਮੱਠ, ਸੰਪਰਦਾਇ ਹਨ, ਇਹ ਸਭ ਉੱਪਰੋਂ ਦੀ 3 ਤੱਤਾਂ ਵਾਲੀਆਂ ਆਤਮਾਵਾਂ ਨੇ ਅਲੱਗ-ਅਲੱਗ ਬਣਵਾਏ ਹਨ। ਅਤੇ ਅੱਜ ਅਲੱਗ-ਅਲੱਗ ਸੰਪਰਦਾਇ ਦੇ ਨਾਂ ਤੇ ਕੀ ਹੋ ਰਿਹਾ ਹੈ, ਆਪ ਜੀ ਵੇਖ ਰਹੇ ਹੋ। ਬੇਹੱਦ ਦੀ ਪਰਮ ਮਹਾਸ਼ਾਂਤੀ। परम शांति सोचो बोलो परम शांति। Join us daily for live meditation, 10 p.m. to 11 p.m. on YouTube Live. Subscribe now. Website www.paramshanti.org. Email us anand@paramshanti.org. Like, share, subscribe. Join today. बेहद की परम